ਤੁਸੀਂ ਦੇਖ ਰਹੇ ਹੋ ਕਲਮ ਤਲਵਾਰ ਨਾਲ ਤਿੱਖੀ ਤੇ ਮੈਂ ਮਨਜੀਤ ਕੌਰ। ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਤੇ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਡਟੇ ਹੋਏ ਨੇ। ਕਿਸਾਨਾਂ ਦੇ ਨਾਮ ਤੇ ਕੌਣ ਸਿਆਸੀ ਫਸਲ ਬੀਜ ਰਿਹਾ, ਗੱਲਬਾਤ ਕਰ ਰਹੇ ਹਾਂ ਕਿਸਾਨੀ ਮਸਲੇ ਨੂੰ ਲੈ ਕੇ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸਾਡੇ ਪੱਤਰਕਾਰ ਸੁਨੀਲ ਹਿਮਾਚਲੀ ਜੀ। ਸੁਨੀਲ ਜੀ, ਕੀ ਲੱਗਦਾ ਕੌਣ ਸਿਆਸੀ ਫਸਲ ਬੀਜ ਰਿਹਾ ਕਿਸਾਨਾਂ ਦੇ ਨਾਮ ਤੋਂ? देखो मनजीत, सीधी जी गल आ, सियासी फसल ਜਿਹੜੀ ਸੀ ਉਹ ਤਾਂ ਹੁਣ ਮੈਨੂੰ ਲੱਗਦਾ ਕਈਆਂ ਨੇ ਉਗਾ ਵੀ ਦਿੱਤੀ। ਹੁਣ ਜਿਵੇਂ ਅਸੀਂ ਕਹਿੰਦਾ ਸੀ ਝੋਨਾ ਲਾਉਣਾ, ਬੀਜਣਾ, ਤਿਆਰੀ ਕਰਨੀ ਹੈ, ਖਾਦ ਲਾਣੀ ਹੈ, ਯੂਰੀਆ ਕਰਨਾ, ਤਾਂ ਸਾਰੀਆਂ ਚੀਜ਼ਾਂ ਇਹਨਾਂ ਨੇ ਪਹਿਲਾਂ ਹੀ ਕਰਤੀਆਂ ਜਿਨ੍ਹਾਂ ਨੇ ਕਰਨੀਆਂ ਸੀ। ਖੈਰ ਮੇਰੀਆਂ ਗੱਲਾਂ ਕਿਸੇ ਨੂੰ ਬੁਰੀਆਂ ਲੱਗਣ ਲੇਕਿਨ ਸੱਚੀਆਂ ਹੁੰਦੀਆਂ ਨੇ। ਰਾਜਨੀਤੀ ਹਰ ਕਿਸੇ ਨੇ ਕੀਤੀ, ਜਿਹੜੇ ਸਟੇਜਾਂ ਤੇ ਬੈਠੇ ਨੇ ਉਹਨਾਂ ਨੇ ਵੀ ਕਿਥੇ ਨਾ ਕਿਥੇ, ਸਾਰੇ ਨਹੀਂ ਕੁਛ ਇੱਕ ਜਿਹੜੇ ਹੁੰਦੇ ਨੇ ਉਹਨਾਂ ਨੇ ਆਪਣੀ ਰਾਜਨੀਤਿਕ ਫਸਲ ਜਿਹੜੀ ਆ ਉਹਨੂੰ ਪੂਰੀ ਖਾਦ ਯੂਰੀਆ ਜੋ ਲਾਣਾ ਸੀ, ਪਾਣੀ, ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਤਾਂ ਕਿ ਵਧੀਆ ਨਾਮ ਖੱਟ ਸਕੇ। ਕੋਈ ਵੀ ਪਾਰਟੀ ਹੋਵੇ, ਹਰ ਜਗਰ ਸਾਰੇ ਕਹਿੰਦੇ ਨੇ ਅਸੀਂ ਸਮਾਜ ਸੇਵੀ ਨੇ, ਅਸੀਂ ਜਨ ਸੇਵੀ ਨੇ, ਅਸੀਂ ਕਿਸਾਨਾਂ ਦੇ ਹੱਕ 'ਚ ਨੇ, ਅਸੀਂ ਜਨਤਾ ਦੇ ਹੱਕ 'ਚ ਨੇ। ਵੋਟਾਂ ਵੇਲੇ ਵੀ ਇਹੀ ਗੱਲਾਂ ਹੁੰਦੀਆਂ कि अस जन सेवा करने आए ने, समाज के विकास की गल करांगे, ये करांगे, सारियां चीज़ां उही ने, कुछ बदलिया नहीं। गल्लां सिर्फ इत्थे तक ने कि आने वाले दिनों के विच चोणां शुरू हो जाणियां ने, चाहे वो निगम दीयां चोणां होण या हो चुकियां ने कुछ एक सूबियां च, या जिवें होणियां ने पंजाब च फरवरी महीने च हो सकदियां ने, पश्चिम बंगाल च इलैक्शन हो सकते हैं मार्च फरवरी या मार्च दे विच जाके। उस तो बाद अगली रणनीति शुरू हो जानी। कई सूबियां च अजे भी वोटां होण वालियां ने, 5 सूबियां च घट्टो विधान सभा चोणां होण वालियां ने। उस दे नाल किसान अंदोलन देखो, ਜਿਹੜੀ ਫਸਲ ਕਿਸਾਨਾਂ ਨੇ ਲਗਾਈ ਸੀ, ਜਿਸ ਖੇਤੀਬਾੜੀ ਕਾਨੂੰਨ ਦੇ ਵਿਰੋਧ 'ਚ ਜਿਹਨੂੰ ਕਾਲਾ ਕਾਨੂੰਨ ਦੱਸਿਆ ਗਿਆ, ਉਸ ਕਾਨੂੰਨ ਦੇ ਵਿਰੋਧ 'ਚ ਜਦ ਉਹਨਾਂ ਨੇ ਮਾਰਚ ਕਰਿਆ, ਅੰਦੋਲਨ ਕਰਿਆ, ਰੇਲ ਗੱਡੀਆਂ ਰੋਕੀਆਂ, ਸਾਰੀਆਂ ਚੀਜ਼ਾਂ ਕਰੀਆਂ, ਉਹਨਾਂ ਨੇ ਜੋ ਫਸਲ ਇੱਕ ਮਿਹਨਤ ਦੀ ਬੀਜੀ ਸੀ, ਉਹਨਾਂ ਨੇ ਕਾਫੀ ਕੁਛ ਉਹਦੇ 'ਚ ਜਿਹੜਾ ਨਿਸ਼ਾਵਰ ਕਰਤਾ, ਦਿਨ ਰਾਤ ਮਿਹਨਤ ਕੀਤੀ। ਹੋਇਆ ਕਿ ਰਾਜਨੀਤੀ ਆਗੂ ਵੀ ਉੱਥੇ ਹੁੰਦੇ ਗਏ, समाज सेवी भी उत्थे होंदे गए, हर किसी ने अपने अपने बीज बीजे ते हुण इसे इंतजार च ने कि किसान जिहड़े ने कदों उन्हां दे कानून जिहड़े ने वापस हुंदे ने। खेती कानूनां दी गल जिथे तक आ किसानां दी गल कदे नहीं बुलाई जा सकती। उन्होंने कहा सी कि जे अगर सरकार ये कानून रद्द कर दिंदी आ तो उन्हां नूं की नुकसान होएगा। लेकिन तुसीं सवाल पुछे सी मेरे तों कि फसल ਜਿਹੜੀ किसने बीजी है, किसनों फायदा होएगा, तो सीधे तौर पर राजनीतिक पार्टियां दे कुछ एक लीडर इहो ਜਿਹੇ ने ਜਿਹੜਾ अपना फ्यूचर वेख रहे ने। पंजाब ਦੇ ਵਿੱਚ ਵੀ देख रहे ने, उत्तराखंड ਦੇ ਵਿੱਚ भी देख रहे ने, यूपी ਦੇ ਵਿੱਚ भी देख रहे ने, राजस्थान ਦੇ ਵਿੱਚ भी वेख रहे ने। सब तो पहली गल करूँगा मैं अकाली दल ਦੀ। ਉਹਨਾਂ ਨੇ ਕਿਹਾ ਅਸੀਂ ਜਦੋਂ ਤੋਂ ਬਿੱਲ ਬਣਿਆ ਅਸੀਂ ਉਹਦੇ ਵਿਰੋਧ 'ਚ ਸੀਗੇ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੋਈ ਮੇਰਾ ਇੱਕ ਸਬੂਤ ਦੇ ਦੇਵੇ ਕਿ ਮੈਂ ਉਹਦੇ 'ਚ ਸਾਈਨ ਕੀਤੇ ਹੋਣ ਤੇ मैं हमेशा ਲਈ ਰਾਜਨੀਤੀ ਛੱਡ ਦੇਵਾਂਗੀ। ਉਸ ਤੋਂ ਬਾਅਦ ਦੇਖੋ ਮਾਨਸਾ ਵਿਖੇ ਜਦ ਹਰਸਿਮਰਤ ਕੌਰ ਬਾਦਲ ਪਹੁੰਚੀ ਤਾਂ ਉਹਨਾਂ ਦਾ ਵਿਰੋਧ ਹੋਇਆ। ਉਹਨਾਂ ਤੋਂ ਕੁਝ ਦਿਨ ਪਹਿਲਾਂ, ਹਫ਼ਤਾ ਕੇ ਪਹਿਲਾਂ ਫਤਿਹਗੜ੍ਹ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਹੋਇਆ। ਇਹ ਇਕੱਲਾ ਅਕਾਲੀਆਂ ਦਾ ਨਹੀਂ ਹੋ ਰਿਹਾ, ਉਹਨਾਂ ਦਾ ਜਿਹੜਾ 9 ਮਾਸ ਦਾ ਰਿਸ਼ਤਾ ਕਿਹਾ ਜਾਂਦਾ ਸੀ, ਭਾਜਪਾ ਵਾਲਿਆਂ ਨੂੰ ਵੀ ਥਾਂ ਥਾਂ ਤੇ ਕਾਲੀਆਂ ਝੰਡੀਆਂ ਜਾਂ ਉਹਨਾਂ ਨੂੰ ਨਾਅਰੇਬਾਜ਼ੀ ਵਿਰੋਧ 'ਚ ਸਾਹਮਣਾ ਉਹਦਾ ਕਰਨਾ ਪੈ ਰਿਹਾ। ਅਸ਼ਵਨੀ ਸ਼ਰਮਾ ਹੋ ਗਏ, ਸ਼ਵੇਤ ਮਲਿਕ ਹੋ ਗਏ, ਜਾਂ ਹੋਰ ਕਈ ਕੈਬਨਿਟ ਵਜ਼ੀਰ ਹੋ ਗਏ, ਸਾਬਕਾ ਕੈਬਨਿਟ ਮੰਤਰੀ ਹੋ ਗਏ ਬੀਜੇਪੀ ਵਾਲੇ, ਉਹਨਾਂ ਨੂੰ ਵੀ ਥਾਂ ਥਾਂ ਤੇ ਵਿਰੋਧ ਕਰਨਾ ਪੈ ਰਿਹਾ। ਹਾਲਾਂਕਿ ਸਨੀ ਦਿਓਲ ਦਾ ਸਟਾਰਟਿੰਗ ਦੇ ਵਿੱਚ ਤਾਂ ਇੱਕ ਬਿਆਨ ਲਿਖਤ 'ਚ ਹੀ ਆਇਆ ਸੀ, ਉਸ ਤੋਂ ਬਾਅਦ ਉਹ ਵੀ ਗਾਇਬ ਹੋ ਗਏ। ਲੇਕਿਨ ਧਰਮਿੰਦਰ ਦਾ ਜ਼ਰੂਰ ਜਿਹੜੇ 7ਵੇਂ ਗੇੜ ਦੀ ਮੀਟਿੰਗ ਹੋਣੀ ਸੀ ਤਾਂ ਉਹਨਾਂ ਦਾ ਬਿਆਨ ਜ਼ਰੂਰ ਆਇਆ ਸੀ ਕਿ ਇੱਕ ਮੈਨੂੰ उम्मीद आ कि कुछ अज वधिया हल निकलेगा। ਜਿਹੜੇ 7ਵੇਂ ਗੇੜ ਦੀ ਮੀਟਿੰਗ ਤੋਂ ਪਹਿਲਾਂ ਉਹਨਾਂ ਨੇ ਬਿਆਨ ਦਿੱਤਾ ਸੀ। ਲੇਕਿਨ ਜਿਸ ਤਰੀਕੇ ਦਾ ਮਾਹੌਲ ਪੰਜਾਬ ਦੇ ਵਿੱਚ ਬਣ ਰਿਹਾ ਜਾਂ ਵੱਖ-ਵੱਖ ਸੂਬਿਆਂ ਦੇ ਵਿੱਚ ਬਣ ਰਿਹਾ, ਹੁਣ ਮੈਂ ਇੱਕ ਤਸਵੀਰਾਂ ਦਿਖਾਊਂਗਾ। ਇਹ ਤਸਵੀਰਾਂ ਮੈਂ ਆਪਣੇ ਟੈਕਨੀਕਲ ਡਿਪਾਰਟਮੈਂਟ ਨੂੰ ਦੱਸੂਗਾ ਕਿ ਨਾਲ ਦੀ ਨਾਲ ਦੱਸਦੇ ਰਹਿਣ। ਇਹ ਤਸਵੀਰਾਂ ਦੇਖੋ, ਇਹ ਰਾਤ ਦੀਆਂ ਤਸਵੀਰਾਂ ਨਹੀਂ ਹੈਗੀਆਂ, ਇਹ ਦਿਨ ਦੀਆਂ ਤਸਵੀਰਾਂ ਨੇ। ਜਿਸ ਵੇਲੇ ਇੱਕ ਮਾਹੌਲ ਇਹੋ ਜਿਹਾ ਬਣ ਗਿਆ, ਕਿਉਂਕਿ ਮਨਜੀਤ ਮੈਂ ਪਹਿਲਾਂ ਵੀ ਕਹਿਣਾ ਕਿ ਇਹੋ ਜਿਹਾ ਮਾਹੌਲ ਸੂਬੇ ਦੇ ਆਸੇ-ਪਾਸੇ ਬਣ ਗਿਆ ਜਾਂ ਭਾਰਤ ਦੇ ਅੰਦਰ ਹੀ ਇਹੋ ਜਿਹਾ ਮਾਹੌਲ ਬਣ ਗਿਆ ਕਿ ਸਾਨੂੰ ਹੁਣ ਦੇਸ਼ ਦੇ ਜਿਹੜੇ ਬਾਰਡਰ ਸੀਗੇ ਉਹਨਾਂ ਦੀ ਗੱਲ ਨਹੀਂ ਹੋ ਰਹੀ। ਅੱਜ ਕੱਲ੍ਹ ਟੀਵੀ ਚੈਨਲਾਂ ਤੇ ਜਿਹੜੀਆਂ ਅੰਦਰ ਹੀ ਮੁਲਕ 'ਚ ਸਰਹੱਦਾਂ ਬਣਾਤੀਆਂ ਉਹਨਾਂ ਦੀ ਗੱਲ ਹੋ ਰਹੀ ਆ। ਇਹ ਰਿਵਾੜੀ ਦੀਆਂ ਤਸਵੀਰਾਂ ਨੇ ਜਿੱਥੇ ਪ੍ਰਸ਼ਾਸਨ ਨੂੰ ਇਹੋ ਜਿਹੇ ਹੁਕਮ ਦੇਤੇ ਕਿ ਇਹ ਕਿਸਾਨ ਨਹੀਂ, ਇਹ ਦੇਸ਼ ਦਰੋਹੀ ਨੇ, ਇਹ ਉਹ ਭਾਗੇ ਹੋਏ ਮੁਜਰਮ ਨੇ ਜਿਨ੍ਹਾਂ ਤੇ ਅਥਰੂ ਗੈਸ ਦੇ ਗੋਲੇ ਦੇਖੋ ਤਸਵੀਰਾਂ 'ਚ ਕਿਵੇਂ ਸੁੱਟੇ ਜਾ ਰਹੇ ਨੇ, ਕਿਹੋ ਜਿਹੇ ਇਹਨਾਂ ਨਾਲ ਵਰਤਾਅ ਵਰਤਿਆ ਜਾ ਰਿਹਾ। ਇਹ ਤਸਵੀਰਾਂ ਰਾਤ ਦੀਆਂ ਨੇ, ਸ਼ਾਇਦ ਕਿਸੇ ਨੂੰ ਦਿਖ ਨਹੀਂ ਰਹੀਆਂ ਹੋਣੀਆਂ ਚੰਗੇ ਤਰੀਕੇ ਨਾਲ, ਤਾਂ ਉਹ ਤਸਵੀਰਾਂ ਵੀ ਯਾਦ ਕਰ ਲੈਣ ਜਦ ਪੰਜਾਬ ਦੇ ਕਿਸਾਨ ਦਿੱਲੀ ਵੱਲ ਵਧੇ ਸੀ ਤੇ ਉਹਨਾਂ ਦਾ ਹਰਿਆਣੇ ਕਿਸ ਤਰੀਕੇ ਨਾਲ ਵਿਰੋਧ ਹੋਇਆ ਸੀ। ਜੈਪੁਰ
ਦਿੱਲੀ ਹਾਈਵੇ ਦੀਆਂ ਤਸਵੀਰਾਂ ਵੀ ਇਹਦੇ ਵਿੱਚ ਨੇ, ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਾਣੀ ਦੀਆਂ ਬੁਛਾਰਾਂ ਤਾਂ ਛੱਡੋ, ਅਥਰੂ ਗੈਸ ਦੇ ਗੋਲੇ ਪਾਏ ਗਏ, ਕਿਸ ਤਰੀਕੇ ਦੇ ਨਾਲ ਉਹ ਟ੍ਰੈਫਿਕ ਰੋਕਿਆ ਗਿਆ। ਇਹ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਮਨਜੀਤ ਇਹ ਕਾਫੀ ਸੋਚਣ ਵਾਲੀਆਂ ਨੇ ਕਿ ਇਹੋ ਜਿਹਾ ਮਾਹੌਲ ਕੌਣ ਬਣਾ ਰਿਹਾ। ਜਿਸ ਤਰੀਕੇ ਦੀ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ, ਇਹਨਾਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਤੇ ਤਸਵੀਰਾਂ ਜਦ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਾਂ ਰਾਘਵ ਚੱਡਾ ਨੇ ਕਿਹਾ ਕਿ ਹਰਿਆਣਾ ਦੇ ਸੀਐਮ ਜਿਹੜੇ ਨੇ ਉਹ ਜਨਰਲ ਡਾਇਰ ਵਰਗਾ ਜਿਹੜਾ ਸੀ ਉਹ ਵਰਤਾਵ ਕਿਸਾਨਾਂ ਦੇ ਨਾਲ ਕਰ ਰਹੇ ਨੇ। मैं आप ये गल नहीं कह रहा या मैं राघव चड्डा का इत्थे PR नहीं बैठा होया जो रही उन्हां दी, लेकिन जिस तरीके का माहौल बन रहा जी मनजीत उस तरीके का जिहड़ा बयान आया राघव चड्डा का, एक बारी मैं दर्शकों नूं सुना देवां। कल राती मैं एक वीडियो देखी ते वीडियो देखण दे बाद मैनूं इंज लग्या जिवें इंडिया दी पाकिस्तान दे नाल जंग छिड़ चुकी है। वीडियो विच जिस प्रकार नाल गोलियां दी धमाकियां दी आवाज़ आ रही सी, इंज लग रहा सी कि कोई जंग छिड़ गई है। बाद विच मैनूं पता चलिया कि यह जंग नहीं बल्कि खट्टर सरकार वल्लों देश के किसान दे उत्ते, देश के अन्नदाता के उत्ते हमला सी। खट्टर सरकार वल्लों देश के किसान दे उत्ते वाटर कैनन, हंजू गैस अते अनगिनत लाठियां द्वारा हमला किया गया। वो देखण दे बाद मैनूं इंज लग्या जिवें 13 अप्रैल 1919 दा जलियांवाला बाग दा साका सीगा, ਜਿਹੜੇ ਨਿਹੱਤੇ ਲੋਕਾਂ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ, ਉਂਝ ਹੀ ਸਾਡੇ ਦੇਸ਼ ਦੇ ਕਿਸਾਨ ਦੇ ਉੱਤੇ ਖੱਟਰ ਸਰਕਾਰ ਵੱਲੋਂ ਹਮਲਾ ਕੀਤਾ ਗਿਆ। ਮੈਨੂੰ ਇਹ ਬੋਲਣ ਦੇ ਵਿੱਚ ਥੋੜਾ ਵੀ ਗੁਰੇਜ਼ ਨਹੀਂ ਹੈ ਕਿ ਖੱਟਰ ਸਰਕਾਰ ਅਤੇ ਜਨਰਲ ਡਾਇਰ ਦੇ ਵਿੱਚ ਪੂਰਾ ਵੀ ਫਰਕ ਨਹੀਂ ਹੈ। ਮਨਜੀਤ ਤੁਸੀਂ ਆਪ ਸੁਣਿਆ ਕਿ ਰਾਘਵ ਚੱਡਾ ਨੇ ਕੀ ਕੁਝ ਕਿਹਾ, ਕੀ ਕੁਝ ਬਿਆਨ ਦਿੱਤਾ, लेकिन जिस तरीके का माहौल बन रहा किथे ना किथे आम आदमी पार्टी पूरी तैयारी कर रही है 2022 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ 'ਚ, ਕਿਉਂਕਿ ਰਾਘਵ ਚੱਡਾ ਸਹਿ ਪ੍ਰਭਾਰੀ ਲਾਏ ਗਏ ਸੀ ਪਿਛਲੇ ਦਿਨੀ ਪੰਜਾਬ ਦੌਰੇ 'ਚ ਵੀ ਆਏ ਸੀ। ਹਾਲਾਂਕਿ ਹਰਿਆਣਾ ਦੀ ਵਿਧਾਨ ਸਭਾ ਚੋਣਾਂ 'ਚ ਤਾਂ ਚੰਗੀਆਂ ਉਹਨਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋਈਆਂ ਨੇ, ਉੱਤਰਾਖੰਡ ਦੀ ਵੀ ਨਾਲ ਦੀ ਨਾਲ ਤਿਆਰੀ ਕਰ ਰਹੀਆਂ ਨੇ। ਜਿਹੜੇ ਡਿਪਟੀ ਸੀਐਮ ਨੇ ਦਿੱਲੀ ਦੇ ਮਨੀਸ਼ ਸਿਸੋਦੀਆ, ਉਹ 3 ਤਰੀਕ 4 ਤਰੀਕ ਨੂੰ ਇੱਕ ਉਹਨਾਂ ਨੇ 4 ਜਨਵਰੀ ਨੂੰ ਉਹਨਾਂ ਨੇ ਇੱਕ ਬੜਾ ਵੱਡਾ ਜਿਹੜਾ ਸੀ ਉਹ ਸਰਵੇਖਣ ਬਹਿਸ ਰੱਖੀ ਤੇ ਉਹਦੇ ਵਿੱਚ ਕੈਬਨਿਟ ਮੰਤਰੀ ਨੂੰ ਚੁਣੌਤੀ ਦਿੱਤੀ ਸੀ। ਉੱਤਰਾਖੰਡ ਦੇ ਕੈਬਨਿਟ ਮੰਤਰੀ ਨੇ ਮਦਨ ਕੌਸ਼ਿਕ ਉਹਨਾਂ ਨੂੰ ਚੁਣੌਤੀ ਦਿੱਤੀ ਕਿ ਆਓ ਬਹਿਸ ਕਰੋ ਸਿੱਖਿਆ ਤੇ ਜਿਹੜੇ ਵੀ ਵਿਕਾਸ ਕਾਰਜ ਕੀਤੇ ਗਏ ਨੇ ਉਹਨਾਂ ਤੇ। ਲੇਕਿਨ ਚੀਜ਼ ਇਹ ਹੋਈ ਕਿ ਉੱਥੇ ਇਕੱਲੇ ਸਟੇਜ ਤੇ ਬੋਲਦੇ ਹੋਏ ਮਨੀਸ਼ ਸਿਸੋਦੀਆ ਨਜ਼ਰ ਆਏ ਤੇ ਉੱਥੇ ਨਾਲ ਜਿਹੜੇ ਕੈਬਨਿਟ ਮੰਤਰੀ ਸੀ ਜਿਨ੍ਹਾਂ ਨੇ ਬਹਿਸ 'ਚ ਆਉਣਾ ਸੀ ਉਹ ਪਹੁੰਚੇ ਨਹੀਂ। ਕਾਰਨ ਕੁਝ ਵੀ ਹੋ ਸਕਦੇ ਨੇ, ਕਈ ਵਾਰੀ ਨਹੀਂ ਵੀ ਆ ਹੁੰਦਾ, ਵੈਸੇ ਵੀ ਕਰੋਨਾ ਦਾ ਟਾਈਮ ਆ ਜਾਂ ਮੌਸਮ ਵੀ ਖਰਾਬ ਆ, ਕੀ ਪਤਾ ਰਾਹ 'ਚ ਕੋਈ ਉਹੋ ਜਿਹੀ ਸੜਕ ਸੁੜਕ ਖਰਾਬ ਹੋ ਗਈ ਹੋਈ ਤਾਂ ਮੰਤਰੀ ਸਾਹਿਬ ਪਹੁੰਚ ਨਹੀਂ ਪਾਏ ਹੋਣ ਜਾਂ ਉਹਨਾਂ ਨੇ ਕੋਈ ਪਹਿਲਾਂ ਬਿਆਨ ਦਿੱਤਾ ਹੋਵੇ, ਕਿੱਥੇ ਹੋਰ ਦਾ ਸ਼ਡਿਊਲ ਬਣ ਗਿਆ ਹੋਵੇ। ਲੇਕਿਨ ਬਹਿਸ ਦੇ ਵਿੱਚ ਉਹ ਨਹੀਂ ਆਏ ਤਾਂ ਕਿੱਥੇ ਨਾ ਕਿੱਥੇ ਆਮ ਆਦਮੀ ਪਾਰਟੀ ਨੂੰ ਹੁਣ ਪੰਜਾਬ ਦੇ ਨਾਲ ਉੱਤਰਾਖੰਡ 'ਚ ਵੀ ਬੂਸਟ ਮਿਲ ਗਿਆ, ਕਿਉਂਕਿ ਮਨੀਸ਼ ਸਿਸੋਦੀਆ ਨੇ ਸਿੱਧੇ ਤੌਰ ਤੇ ਕਹਿਤਾ ਅੱਜ ਦੇ ਹਾਲਾਤਾਂ ਨੂੰ ਵੇਖਦੇ ਹੋਏ ਕਿ ਇਹਨਾਂ ਨੇ ਕੁਛ ਕੀਤਾ ਕੁਛ ਨਹੀਂ, ਵਿਕਾਸ ਦੇ ਨਾਂ ਤੇ ਸਿਰਫ ਕਾਗਜ਼ਾਂ 'ਚ ਚੀਜ਼ਾਂ ਲਿਖੀਆਂ ਹੋਈਆਂ ਨੇ ਤੇ ਉਹਨਾਂ ਨੇ ਦਾਅਵਾ ਠੋਕਤਾ ਹੋਣੀ ਜਿਹੜੀ 4 ਤਰੀਕ ਨੂੰ ਉਹਨਾਂ ਨੇ ਬਹਿਸ ਰੱਖੀ ਸੀ ਉਹਦੀ ਸਟੇਜ ਤੇ ਹੀ ਕਿ ਇਹਨਾਂ ਨੇ ਕੁਛ ਨਹੀਂ ਕੀਤਾ ਵਿਕਾਸ ਕਾਰਜਾਂ ਨਾਂ ਤੇ, ਸਿਰਫ ਕਾਗਜ਼ਾਂ 'ਚ ਦਾਅਵੇਬਾਜ਼ੀ ਕੀਤੀ ਹੈ। ਤੇ 2022 ਦੀਆਂ ਜਦ ਚੋਣਾਂ ਹੋਣੀਆਂ ਨੇ ਉੱਤਰਾਖੰਡ 'ਚ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉੱਤਰਾਖੰਡ 'ਚ ਬਣਨੀ ਆ। ਇਹੋ ਜਿਹੀ ਗੱਲ ਪੰਜਾਬ ਜਦ ਰਾਘਵ ਚੱਡਾ ਆਏ ਸੀ ਉਹਨਾਂ ਨੇ ਵੀ ਕਹੀ ਸੀ ਤੇ ਯੂਪੀ 'ਚ ਸੰਜੇ ਸਿੰਘ ਜਿਹੜੇ ਸੀ ਉਹ ਜਦ ਉੱਥੇ ਪਹੁੰਚੇ ਤੇ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਆਪਣੀ ਯੂਪੀ 'ਚ ਸਰਕਾਰ ਬਣੇਗੀ। ਦੇਖੋ ਵੱਖ-ਵੱਖ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਇੱਕ ਫੈਲਾ ਉਹ ਬਣਾ ਰਹੀ ਆ, ਲੇਕਿਨ ਕਿਸਾਨਾਂ ਦੇ ਮਸਲਿਆਂ ਤੇ ਜਿਵੇਂ ਕਿ ਕਹਿੰਦੀ ਹੈ ਕਿ ਸੇਵਾਦਾਰ ਆ ਤੇ ਸੇਵਾਦਾਰ ਦੀ ਜਦ ਗੱਲ ਆਂਦੀ ਆ ਤਾਂ ਇਹੋ ਜਿਹੀਆਂ ਗੱਲਾਂ ਨਹੀਂ ਕਿ ਕੇਜਰੀਵਾਲ ਸਾਹਿਬ ਨੇ ਕੰਮ ਨਹੀਂ ਕੀਤਾ, ਫ੍ਰੀ ਵਾਈਫਾਈ ਲਾ ਕੇ ਦਿੱਤੇ। ਹਾਲਾਂਕਿ ਤੰਬੂ ਜਿਹੜੇ ਨੇ ਉਹ ਕਾਫੀ ਮੌਸਮ ਖਰਾਬ ਹੋਣ ਕਰਕੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਿਸਾਨਾਂ ਨੂੰ ਕਰਨਾ ਪੈ ਰਿਹਾ, ਲੇਕਿਨ ਸੇਵਾਦਾਰ ਦੇ ਤੌਰ ਤੇ ਜਿਹੜੇ ਕੰਮ ਕਰ ਰਹੇ ਜਾਂ ਜਿਹੜੇ ਸਮਾਜ ਸੇਵੀ ਸੰਸਥਾ ਨੇ ਉਹ ਪੂਰੇ ਮੋਢੇ ਨਾਲ ਮੋਢਾ ਜੋੜ ਕੇ ਕਿਸਾਨਾਂ ਦੇ ਨਾਲ ਤਾਂ ਆਮ ਲੋਕ ਜਿਹੜੇ ਉੱਥੇ ਬੈਠੇ ਹੋਏ ਨੇ ਧਰਨੇ ਦੇ ਵਿੱਚ ਸ਼ਾਮਿਲ ਨੇ ਵੱਖ-ਵੱਖ ਸੂਬਿਆਂ ਦੇ, ਉਹਨਾਂ ਨੂੰ ਸਲਾਮ ਕਰਨਾ ਬਣਦਾ, ਕਿਉਂਕਿ ਉਹਨਾਂ ਨੇ ਇੰਨੀ ਠੰਡ ਦੇ ਵਿੱਚ ਵੀ ਆਪਣਾ ਅੰਦੋਲਨ ਕਿਸ ਤਰੀਕੇ ਨਾਲ ਜਾਰੀ ਰੱਖਿਆ। ਉਹ ਵੇਖਣ ਵਾਲੀਆਂ ਤਸਵੀਰਾਂ ਸੀਗੀਆਂ ਮਨਜੀਤ, ਜਦੋਂ ਸਾਡੇ ਕੋਲ ਉਹ ਤਸਵੀਰਾਂ ਆਈਆਂ ਉਹਨਾਂ ਦੇ ਹੌਸਲੇ ਵੇਖਣ ਵਾਲੇ ਸੀਗੇ ਉਹ। ਲੇਕਿਨ ਜਿਸ ਤਰੀਕੇ ਨਾਲ ਰਾਜਨੀਤੀ ਹੋ ਰਹੀ ਆ ਉਸ ਰਾਜਨੀਤੀ ਦੇ ਵਿੱਚ ਦੇਖੋ ਰਾਸ਼ਟਰਪਤੀ ਸ਼ਾਸਨ ਤੱਕ ਲਾਉਣ ਦੀਆਂ ਪੰਜਾਬ 'ਚ ਗੱਲਾਂ ਸ਼ੁਰੂ ਹੋ ਗਈਆਂ। ਨਵਜੋਤ ਸਿੰਘ ਸਿੱਧੂ ਨੇ ਇੱਕ ਟਵੀਟ ਕੀਤਾ, ਟਵੀਟ ਦੇ ਵਿੱਚ ਮਨਜੀਤ ਉਹਨਾਂ ਨੇ ਕਿਹਾ ਕਿ ਜਿਹੋ ਜਿਹਾ ਚੀਜ਼ਾਂ ਹੋ ਰਹੀਆਂ ਨੇ ਜਾਂ ਜਿਹੋ ਜਿਹੀਆਂ ਆਰੋਪ ਪ੍ਰਤਿਆਰੋਪ ਲਗਾਏ ਜਾ ਰਹੇ ਨੇ ਜਾਂ ਜਿਵੇਂ ਕਿ ਜਿਹੜਾ ਮਸਲਾ ਇਸ
ਉਸਾਰਾ ਸ਼ੁਰੂ ਹੋਇਆ ਸੀ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਗੱਲ, ਮਨਜੀਤ ਕਿੱਥੋਂ ਨਿਕਲ ਕੇ ਆਈ? ਨਵਜੋਤ ਸਿੰਘ ਸਿੱਧੂ ਨੇ ਕਿਉਂ ਟਵੀਟ ਦੇ ਵਿੱਚ ਉਹਦੇ ਜ਼ਿਕਰ ਕੀਤਾ? ਮੈਂ ਇਹ ਵੀ ਦੱਸ ਦਵਾਂ, ਜਦ ਪੰਜਾਬ 'ਚ ਵੱਖ-ਵੱਖ ਥਾਵਾਂ ਦੇ ਵਿੱਚ ਜਿਹੜੇ ਜੀਓ ਦੇ ਟਾਵਰ ਨੇ ਉਹ ਪੱਟੇ ਗਏ, ਉਹਨਾਂ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ, ਪੰਜਾਬ ਸੀਐਮ ਨੇ ਵੀ ਉਹਦੇ ਤੇ ਸੰਗਿਆਨ ਲਿਆ, ਤਾਂ ਉਸ ਤੋਂ ਬਾਅਦ ਕੀ ਹੋਇਆ ਸੀ ਕਿ ਰਾਜਪਾਲ ਕੋਲ ਪਹੁੰਚ ਗਏ ਪੰਜਾਬ ਭਾਜਪਾ ਦੇ ਲੀਡਰ, ਤੇ ਉਹਨਾਂ ਨੇ ਮੰਗ ਪੱਤਰ ਦੇਤਾ ਕਿ ਸੂਬੇ ਦਾ ਮਾਹੌਲ ਖਰਾਬ ਆ। ਥਾਂ ਜਿਵੇਂ ਕਿ ਅਕਾਲੀ ਦਲ ਨੂੰ ਮੈਂ ਦੱਸ ਹੀ ਚੁੱਕਿਆ ਪਹਿਲਾਂ ਕਿ ਸੁਖਵੀਰ ਸਿੰਘ ਬਾਦਲ ਦਾ ਵਿਰੋਧ ਹੋਇਆ, ਤੇ ਬੀਜੇਪੀ ਵਾਲਿਆਂ ਦਾ ਤਾਂ ਪਿੰਡਾਂ 'ਚ ਵੜਨਾ ਵੀ ਔਖਾ ਹੋਇਆ ਪਿਆ। ਇਹੋ ਜਿਹੇ ਵੀ ਹਾਲਾਤ ਬਣ ਗਏ ਨੇ ਕਈ ਥਾਈਂ, ਤਾਂ ਕਿ ਇਸ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜਾ ਉਹ ਪੰਜਾਬ ਭਾਜਪਾ ਦਾ ਇੱਕ ਪ੍ਰਤੀਨਿਧੀ ਮੰਡਲ ਜਿਹੜਾ ਉਹ ਜਾ ਕੇ ਮਿਲਿਆ ਰਾਜਪਾਲ ਨੂੰ। ਉਹਨਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਜਿਹੜੀ ਆ, ਅਮਨ ਕਾਨੂੰਨ ਇੱਥੇ ਸੂਬੇ 'ਚ ਭੰਗ ਹੋ ਚੁੱਕਿਆ। ਰਾਜਪਾਲ BP ਸਿੰਘ ਬਦਨੌਰ ਜਿਹੜੇ ਨੇ, ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਸਿੱਧਾ DGP ਤੋਂ ਪੰਜਾਬ ਦੇ ਜਿਹੜੇ ਮੁੱਖ ਸਕੱਤਰ ਨੇ ਉਹਨਾਂ ਨੂੰ ਤਲਬ ਕਰਤਾ, ਉਹਨਾਂ ਤੋਂ ਰਿਪੋਰਟ ਮੰਗੀ। ਰਿਪੋਰਟ ਜਦ ਮੰਗੀ ਤਾਂ ਉੱਥੋਂ CM ਸਾਹਿਬ ਹੋ ਗਏ ਕੈਪਟਨ ਅਮਰਿੰਦਰ ਸਿੰਘ ਤੱਤੇ। ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਜੇਕਰ ਤੁਸੀਂ ਜਵਾਬ ਮੰਗਣਾ ਸੀ ਮੇਰੇ ਤੋਂ ਮੰਗ ਲੈਂਦੇ, ਤਾਂ ਤੁਸੀਂ ਮੇਰੇ ਅਧਿਕਾਰੀਆਂ ਨੂੰ ਕਿਉਂ ਬੁਲਾਇਆ? ਮੇਰੇ ਕੋਲ ਹੋਮ ਮਿਨਿਸਟਰੀ ਡਿਪਾਰਟਮੈਂਟ ਆ, ਤੇ ਇੱਕ ਅਮਨ ਕਾਨੂੰਨ ਦੀ ਜੇਕਰ ਗੱਲ ਪੁੱਛਣੀ ਸੀ ਤੁਸੀਂ ਮੇਰੇ ਤੋਂ ਪੁੱਛਦੇ। ਤੇ ਇਸ ਗੱਲ 'ਚ ਕਿਥੇ ਨਾ ਕਿਥੇ ਜਦ ਨਵਜੋਤ ਸਿੰਘ ਸਿੱਧੂ ਦਾ ਟਵੀਟ ਆਇਆ ਕਿ ਜਿਹੜੇ BJP ਵਾਲੇ ਜਾਂ ਇਲਜ਼ਾਮ ਲਗਾ ਰਹੇ ਨੇ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਇੱਥੇ ਸੁਰੱਖਿਆ ਵਿਵਸਥਾ ਜਾਂ ਜਿਹੜੀ ਕਾਨੂੰਨੀ ਵਿਵਸਥਾ ਉਹ ਬਿਲਕੁਲ ਵਧੀਆ, ਨਵਜੋਤ ਸਿੰਘ ਸਿੱਧੂ ਨੇ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਦਾ ਸਮਰਥਨ ਕੀਤਾ, ਤੇ ਇਹ ਸਮਰਥਨ ਤੋਂ ਲੱਗ ਜਾਂਦਾ ਪਤਾ ਕਿ ਉਹਨਾਂ ਵਿੱਚ ਹੁਣ ਕੋਈ ਨਾਰਾਜ਼ਗੀ ਨਹੀਂ ਆ। ਜੇਕਰ ਨਾਰਾਜ਼ਗੀ ਹੋਏਗੀ ਵੀ ਤਾਂ ਵਿਅਕਤੀਗਤ ਤੌਰ ਤੇ ਹੋਏਗੀ, ਰਾਜਨੀਤਿਕ ਤੌਰ ਤੇ ਮੈਨੂੰ ਲੱਗਦਾ ਹੁਣ ਰਹੀ ਨਹੀਂ ਹੈ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਤੇ ਉਹਦੀ ਤਿਆਰੀ ਵੀ ਕਰਨੀ ਆ, ਸਾਰਿਆਂ ਨੂੰ ਦਿਖਦਾ। ਤੇ ਇਸੇ ਦੇ ਸਮਰਥਨ 'ਚ ਜਿਹੜਾ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਦੇ ਸਮਰਥਨ 'ਚ ਜਦ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ, ਕਿਉਂਕਿ ਵਿਧਾਇਕ ਨੇ ਕਾਂਗਰਸ ਦੇ ਸਾਬਕਾ ਮੰਤਰੀ ਰਹੇ ਨੇ, ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਵੀ ਕਿਸੇ ਵੇਲੇ ਰਹੇ ਨੇ, ਕਿਉਂਕਿ ਬਿਹਾਰ ਦੀਆਂ ਚੋਣਾਂ ਤਾਂ ਸੀਗੀਆਂ ਲੇਕਿਨ ਉਹਦੇ 'ਚ ਸ਼ਾਇਦ ਨਾਮ ਕਿਤੇ ਨਾ ਕਿਤੇ ਮੈਨੂੰ ਲੱਗਦਾ ਪਾਣਾ ਭੁੱਲ ਗਏ ਸੀ ਕਾਂਗਰਸ ਵਾਲੇ। ਲੇਕਿਨ ਜਿਹੜੀਆਂ ਚੀਜ਼ਾਂ ਸੀਗੀਆਂ ਸਾਰੀਆਂ, ਹੁਣ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿਹੜੇ ਜੋ ਹਾਲਾਤ ਬਣ ਰਹੇ ਨੇ ਸੂਬੇ ਦੇ, ਤੇ ਇਹ ਸਾਰੀ ਜਿਹੜੀ ਆ ਇੱਕ ਕਾਰਗੁਜ਼ਾਰੀ BJP ਦੇ ਮੱਥੇ ਉਹਨਾਂ ਨੇ ਮੜਤੀ ਕਿ ਉਹ ਰਾਸ਼ਟਰਪਤੀ ਸ਼ਾਸਨ ਲਾਉਣਾ ਚਾਹੁੰਦੇ ਨੇ, ਕਿਉਂਕਿ ਗਵਰਨਰ ਨੇ ਜਿਸ ਤਰੀਕੇ ਨਾਲ ਤਲਬ ਕੀਤਾ ਜਾਂ ਜੋ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਸਵਾਲ ਉੱਠੇ, ਤਾਂ ਕਿਤੇ ਨਾ ਕਿਤੇ ਟਾਰਗੇਟ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਹਿਤਾ ਕਿ ਕੇਂਦਰ ਦਾ ਇਹਦੇ ਪਿੱਛੇ ਹੱਥ ਆ, ਤੇ ਉਹਨਾਂ ਨੇ ਕਹਿਤਾ ਕਿ ਰਾਸ਼ਟਰਪਤੀ ਸ਼ਾਸਨ ਲੱਗ ਸਕਦਾ। ਲੇਕਿਨ ਰਾਸ਼ਟਰਪਤੀ ਸ਼ਾਸਨ ਲਗਾਉਣਾ ਇੰਨਾ ਈਜ਼ੀ ਨਹੀਂ ਹੁੰਦਾ, ਕਿਉਂਕਿ ਸਾਨੂੰ ਵੀ ਪਤਾ ਇੰਦਰਾ ਗਾਂਧੀ ਦੇ ਵੇਲੇ ਕਿਵੇਂ ਕਿਹੜਿਆਂ ਹਾਲਾਤਾਂ 'ਚ ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਮਨਜੀਤ ਲੱਗਿਆ ਸੀ। ਤੇ ਆਉਂਦੇ ਦਿਨਾਂ 'ਚ ਦੇਖੋ ਹਰ ਕੋਈ 2022 ਦੀ ਤਿਆਰੀ ਕਰ ਰਿਹਾ, ਤੇ ਜਿਹੜਾ ਇੱਕ ਮਸਲਾ ਉੱਠਦਾ ਦੀ ਰਿਲਾਇੰਸ ਦੇ ਨਾਂ ਤੇ, ਕਿਉਂਕਿ ਜੀਓ ਦੀ ਮੈਂ ਗੱਲ ਕਰ ਰਿਹਾ ਸੀ, ਕਾਫੀ ਪ੍ਰੋਡਕਟ ਜਿਹੜੇ ਨੇ ਜਿਨ੍ਹਾਂ ਦਾ ਬਹਿਸ਼ਕਾਰ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ, ਤੇ ਹੁਣ ਇਹ ਗੱਲ ਵੀ ਮਨਜੀਤ ਸਾਹਮਣੇ ਆ ਰਹੀ ਆ ਕਿ ਪੰਜਾਬ ਹਰਿਆਣਾ ਹਾਈ ਕੋਰਟ 'ਚ ਇੱਕ ਯਾਚਿਕਾ ਲਗਾਈ ਗਈ ਹੈ ਰਿਲਾਇੰਸ ਵੱਲੋਂ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਵਿਰੋਧ ਕੀਤਾ ਗਿਆ, ਉਹਨਾਂ ਸਾਰੀਆਂ ਚੀਜ਼ਾਂ ਦਾ ਸੰਗਿਆਨ ਲਿੱਤਾ ਜਾਵੇ। ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ, ਤੇ ਦੂਜੇ ਪਾਸੇ ਰਿਲਾਇੰਸ ਨੇ ਬਿਆਨ ਜਾਰੀ ਕਰਤਾ ਕਿਸਾਨੀ ਦੇ ਉਸ ਇਸ਼ੂ ਨੂੰ ਲੈ ਕੇ ਜਿਸ ਇਸ਼ੂ ਤੋਂ ਕਿਸਾਨ ਜਿਹੜੇ ਸੀ ਉਹ ਵਿਰੋਧ ਕਰ ਰਹੇ ਸੀ। ਤੇ ਰਿਲਾਇੰਸ ਨੇ ਜਿਹੜਾ ਆਪਣਾ ਬਿਆਨ ਜਾਰੀ ਕੀਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਾਰਪੋਰੇਟ ਤੇ ਜਿਹੜੇ ਕੰਟਰੈਕਟ ਖੇਤੀ ਆ ਉਹਦੇ ਵਿੱਚ ਉਹਨਾਂ ਦੀ ਅਜੇ ਆਉਣ ਦੀ ਕੋਈ ਉਮੀਦ ਨਹੀਂ ਆ, ਨਾ ਉਹਨਾਂ ਨੇ ਇਹੋ ਜਿਹੀ ਕੋਈ ਸੋਚ ਰੱਖੀ ਆ, ਤੇ ਉਹਨਾਂ ਨੇ ਅਜੇ ਗੱਲਾਂ ਕਲੀਅਰ ਕਰਤੀਆਂ ਕਿ ਸਾਡਾ ਇਸ ਅੰਦੋਲਨ ਜਾਂ ਇਹਨਾਂ ਕਾਨੂੰਨਾਂ ਨਾਲ ਕੋਈ ਲੈਣਾ ਦੇਣਾ ਨਹੀਂ। ਕਿਉਂਕਿ ਦੇਖੋ ਪਿਛਲੇ ਦਿਨਾਂ 'ਚੋਂ ਜਿਸ ਤਰੀਕੇ ਨਾਲ ਰਿਲਾਇੰਸ ਦਾ ਜਾਂ ਮੁਕੇਸ਼ ਅੰਬਾਨੀ ਦਾ ਲਗਾਤਾਰ ਵਿਰੋਧ ਹੋ ਰਿਹਾ ਸੀ, ਤਾਂ ਉਸ ਦੇ ਨਾਲ ਹਾਲਾਤਾਂ ਨੂੰ ਵੇਖਦੇ ਹੋਏ ਕਿਤੇ ਨਾ ਕਿਤੇ ਅੰਬਾਨੀ ਸਾਹਿਬ ਜਾਂ ਉਹਨਾਂ ਦੀ ਕੰਪਨੀ ਨੇ ਜਿਸ ਤਰੀਕੇ ਨਾਲ ਇਹ ਬਿਆਨ ਦਿੱਤਾ, ਇਹ ਬਿਆਨ ਸ਼ਾਇਦ ਪਹਿਲੇ ਦੇ ਦੇਣਾ ਚਾਹੀਦਾ ਸੀ ਤਾਂ ਇੰਨਾ ਨੁਕਸਾਨ ਨਹੀਂ ਹੁੰਦਾ, ਕਿਉਂਕਿ ਬਿਆਨਬਾਜ਼ੀ ਦੀ ਗੱਲ ਹੁੰਦੀ ਹੈ, ਬੜੇ ਵੱਡੇ ਅੰਦੋਲਨ ਜਿਹੜੇ ਨੇ ਬੋਲਣ ਜਾਂ ਲਿਖਣ ਨਾਲ ਰੁਕ ਜਾਂਦੇ ਨੇ। ਹੁਣ ਤਾਂ ਸਰਕਾਰ ਨੂੰ ਵੇਖਣਾ ਚਾਹੀਦਾ ਕਿ ਉਹ ਅੰਬਾਨੀ ਸਾਹਿਬ ਦੇ ਜਿਹੜੇ ਬਿਆਨ ਨੇ ਜਾਂ ਜਿਸ ਤਰੀਕੇ ਨਾਲ ਉਹਨਾਂ ਨੇ ਕਾਨੂੰਨੀ ਕਾਰਵਾਈ ਕੀਤੀ ਆ, ਪੰਜਾਬ ਸਰਕਾਰ ਉਹਦਾ ਕੀ ਹਰਜਾਨਾ ਦਿੰਦੀ ਹੈ, ਜਾਂ ਜਿਨ੍ਹਾਂ ਲੋਕਾਂ ਨੇ ਇਹਦਾ ਜਿਹੜਾ ਵਿਰੋਧ ਕੀਤਾ, ਹੁਣ ਜਿਹੜਾ ਨੁਕਸਾਨ ਹੋਇਆ ਇਹਨਾਂ ਕਾਰਪੋਰੇਟ ਘਰਾਣੇ ਨੂੰ ਇਹ ਕਿੱਦਾਂ ਪੂਰੇ ਕਰਦੇ ਨੇ। ਤੇ ਕਿਉਂਕਿ ਬੜੀਆਂ ਵਿੱਚ ਦੀਆਂ ਇਹ ਵੀ ਗੱਲਾਂ ਆਈਆਂ ਸੀ ਕਿ ਜਿਹੜੇ ਆਈਡੀਆ ਤੇ ਵੋਡਾਫੋਨ ਮਰਜ ਹੋਏ ਨੇ ਉਹ ਤੇ ਏਅਰਟੈਲ ਵਾਲੇ ਜਿਹੜੇ ਨੇ ਉਹ ਆਪਣਾ ਟੈਰਿਫ ਸਿਸਟਮ ਦਾ ਵੀ ਇਹਨਾਂ ਨੇ ਗੱਲ ਕਹੀ ਸੀ ਕਿ ਉਹ ਪਲਾਨ ਸਸਤੇ ਕਰ ਰਹੇ ਨੇ, ਕਿਉਂਕਿ ਵਿੱਚ ਜੇ ਜਦੋਂ ਕਿਸਾਨਾਂ ਵੱਲੋਂ ਜੀਓ ਸਿੰਮਾਂ ਦਾ ਬਹਿਸ਼ਕਾਰ ਕੀਤਾ ਗਿਆ ਸੀ ਤਾਂ ਇਹੋ ਜੇ ਵੀ ਮੈਂ ਡੀਲਰ ਦੇਖੇ ਕਿ ਜਿਹੜੇ ਸਾਈਕਲਾਂ ਤੇ ਜਾਂ ਮੋਟਰਸਾਈਕਲਾਂ ਤੇ ਸਿੰਮਾਂ ਲੈ ਕੇ ਉੱਥੇ ਕਿਸਾਨ ਅੰਦੋਲਨ ਵਾਲੀਆਂ ਥਾਂ ਤੇ ਪਹੁੰਚੇ ਸੀ ਕਿ ਬੰਦੇ ਸਿੰਮਾਂ ਕਨਵਰਟ ਕਰਵਾ ਰਹੇ ਨੇ ਤੇ ਅਸੀਂ ਮੌਕੇ ਤੇ ਚੌਕਾ ਮਾਰੀਏ, ਵੱਧ ਤੋਂ ਵੱਧ ਸਿੰਮਾਂ ਸੇਲ ਕਰੀਏ। ਤੇ ਇਹੋ ਜਿਹੀਆਂ ਚੀਜ਼ਾਂ ਵੀ ਵੇਖਣ ਨੂੰ ਮਿਲੀਆਂ ਨੇ। ਹਾਲਾਂਕਿ ਹਰ ਇੱਕ ਕਿਸੇ ਦਾ ਬਿਜ਼ਨਸ ਆ, ਲੇਕਿਨ ਬਿਜ਼ਨਸ ਦੇ ਤਰੀਕੇ ਤੇ ਅਗਰ ਰਿਲਾਇੰਸ ਦਾ ਬਿਆਨ ਆਇਆ ਤਾਂ ਕਿਤੇ ਨਾ ਕਿਤੇ ਬਿਆਨ ਉਹਨਾਂ ਨੂੰ ਪਹਿਲੇ ਦੇ ਦੇਣਾ ਚਾਹੀਦਾ ਸੀ, ਜਿਹੜਾ ਅੱਜ ਇਹਨਾਂ ਨੇ ਦਿੱਤਾ। ਲੇਕਿਨ ਮਨਜੀਤ ਆਉਂਦੇ ਦਿਨਾਂ ਦੇ ਵਿੱਚ ਹਾਲਾਤ ਵੇਖਣ ਵਾਲੇ ਹੋਣਗੇ ਰਾਜਨੀਤਿਕ ਤੌਰ ਤੇ, ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਆ ਬਹੁਤ ਵੱਡੀ ਕੋਸ਼ਿਸ਼
ਕੋਸ਼ਿਸ਼ ਕਰ ਰਹੀ ਆ। ਪੰਜਾਬ ਹੋਵੇ, ਉੱਤਰਾਖੰਡ ਹੋਵੇ, ਯੂਪੀ ਹੋਵੇ, ਰਾਜਸਥਾਨ ਹੋਵੇ, ਬਹੁਤ ਵਧੀਆ ਮੈਂ ਕਹਿੰਦਾ ਕਿ ਸੋਚੀ ਸਮਝੀ ਇੱਕ ਪਲੈਨਿੰਗ ਦੇ ਤਹਿਤ ਹਰ ਇੱਕ ਜਿਹੜਾ ਪਾਸਾ ਉਹ ਚੱਲ ਰਹੀ ਆ। ਹਾਲਾਂਕਿ ਇਸ ਕਿਸਾਨ ਅੰਦੋਲਨ ਦੇ ਦਰਮਿਆਨ ਜੋ ਕੁਝ ਰਾਜਨੀਤਿਕ ਮਤਭੇਦ ਜਾਂ ਬਾਕੀ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ, ਉਹਦਾ ਫਾਇਦਾ ਤਾਂ ਹੁਣ ਜਨਤਾ ਕਿਹਨੂੰ ਦਿੰਦੀ ਆ ਉਹ ਤਾਂ ਵੋਟਾਂ ਵੇਲੇ ਪਤਾ ਲੱਗ ਹੀ ਜਾਣਾ। ਮਨਜੀਤ ਜੀ, ਸੁਨੀਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਪੂਰੀ ਜਾਣਕਾਰੀ ਦੇਣ ਲਈ। ਹੁਣ ਦੇ ਲਈ ਫਿਲਹਾਲ ਇੰਨਾ ਹੀ, ਮੈਨੂੰ ਦੇ ਇਜਾਜ਼ਤ, ਧੰਨਵਾਦ।